ਸਰ ਤੁਹਾਡੀ ਸਰਵਿਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਿੰਨਾ ਚੋਇਆ ਮੱਝ ਦਾ ਦੁੱਧ ਗਵਾਲ ਦੇ ਵਿੱਚ? ਇੱਥੇ ਅਸੀਂ ਗਵਾਲ 'ਚ ਤਕਰੀਬਨ 26 ਤੋਂ 27 ਕਿਲੋ ਦੁੱਧ ਆਮ ਨਾਰਮਲ ਵੰਡੇ ਤੇ ਇਦਾਂ ਰੂਟੀਨ ਵਾਈਜ਼ ਚੋਏ ਆ। ਅੱਛਾ 26 ਕਿਲੋ ਦੁੱਧ ਮੈਂ ਮਸਟ ਖੁਦ ਚੋਏ ਆ। ਜ਼ਬਰਦਸਤ ਹੋ ਗਿਆ ਜੀ। ਸਰ ਪਹਿਲੇ ਆਪਣਾ ਥੋੜਾ ਇੰਟਰੋਡਕਸ਼ਨ ਕਰਵਾ ਦਿਓ। ਮੇਰਾ ਨਾਮ ਡਾਕਟਰ ਅਸਦ ਆ ਜੀ। ਮੈਂ ਪਿਛਲੇ 6 ਸਾਲ ਤੋਂ ਇੱਥੇ ਮੰਗੋਲ ਡੇਅਰੀ ਫਾਰਮ ਤੇ ਕੰਮ ਕਰ ਰਹੀ ਹਾਂ ਐਜ਼ ਅ ਡਾਕਟਰ। ਜ਼ਬਰਦਸਤ ਹੋ ਗਿਆ। ਹਾਂਜੀ ਤੇ ਮੈਨੇਜਮੈਂਟ ਦਾ ਵੀ ਟੋਟਲ ਕੰਮ ਮੇਰੇ ਅੰਡਰ ਆ, ਯਾਨੀ ਆਲਮੋਸਟ ਫੀਡਿੰਗ ਤੋਂ ਇਲਾਵਾ ਬਾਕੀ ਸਾਰਾ ਕੰਮ ਮੇਰੇ ਅੰਡਰ ਹੈ ਇੱਥੇ। 6 ਸਾਲ ਤੋਂ ਮੈਂ ਇੱਥੇ ਕੰਮ ਕਰ ਰਿਹਾ। ਮੇਰੇ ਨਾਲ ਕੁਝ ਲੜਕੇ ਕੰਮ ਕਰ ਰਹੇ ਆ, ਕੁਝ ਇੰਟਰਨੀ ਸਾਡੇ ਕੋਲ ਆ ਜਾਂਦੇ ਆ ਇੱਥੇ ਕੰਮ ਕਰਨ। ਅੱਛਾ ਤੇ ਉਹ ਸਾਡੇ ਕੋਲ ਫਿਰ ਲਰਨ ਕਰਕੇ ਚੱਲ ਜਾਂਦੇ ਆ। ਕੋਈ ਇੰਟਰਨਸ਼ਿਪ ਤੇ ਆ ਜਾਂਦਾ, ਮੁੰਡੇ ਜਾਂਦੇ ਰਹਿੰਦੇ ਏਦਾਂ ਸਿੱਖਦੇ ਰਹਿੰਦੇ ਆ। ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ। ਡਾਕਟਰ ਸਾਹਿਬ ਇਹ ਜਿਹੜਾ ਸਾਰਾ ਪੋਰਸ਼ਨ ਇਹ ਤੁਹਾਡਾ ਸਾਰਾ ਇਹ ਮੱਝਾਂ ਦਾ? ਹਾਂਜੀ ਇਹ ਸਾਡਾ ਸਾਰਾ ਮੱਝਾਂ ਦਾ ਪੋਰਸ਼ਨ ਹੈ ਜੀ। ਮੱਝਾਂ ਜ਼ਬਰਦਸਤ ਹੋ ਗਿਆ ਜੀ। ਡਾਕਟਰ ਸਾਹਿਬ ਕਿਤਨੀਆਂ ਟੋਟਲ ਮੱਝਾਂ ਨੇ ਜਾਨਵਰ? ਮੱਝਾਂ ਸਾਡੇ ਕੋਲ ਤਕਰੀਬਨ 100 ਮੱਝਾਂ ਆ ਜੀ। ਅੱਛਾ ਮਾਸ਼ਾਅੱਲਾ, ਛੋਟੇ ਵੱਡੇ? ਹਾਂਜੀ ਛੋਟੇ ਵੱਡੇ 100 ਜਾਨਵਰ ਆ। ਜ਼ਬਰਦਸਤ ਹੋ ਗਿਆ। ਅੱਛਾ ਤੇ ਇਹਨਾਂ ਨੂੰ ਤੁਸੀਂ ਸਰ ਫੀਡ ਕੀ ਕਰਵਾਉਂਦੇ ਹੋ? ਫੀਡ ਸਰ ਸਾਡੇ ਇੱਥੇ ਸਿਰਫ ਤੂੜੀ ਵੰਡਾ ਹੀ ਪੈਂਦਾ। ਅੱਛਾ ਤੂੜੀ ਵੰਡਾ? ਮੱਝਾਂ ਨੂੰ ਸਿਰਫ ਤੂੜੀ ਵੰਡਾ ਹੀ ਪੈਂਦਾ। ਸੋ ਅੱਛਾ ਮੈਂ ਵੇਖ ਰਿਹਾ ਸੀ ਕਿ ਕਾਫੀ ਜਿਹੜਾ ਨਾ ਤੁਹਾਡੇ ਪੋਰਸ਼ਨ ਬਣੇ ਨੇ ਡਰਾਈ, ਪ੍ਰੈਗਨੈਂਟ ਔਰ ਫਰੈਸ਼। ਸਰ ਇਦਾਂ ਨਾ ਜਿੱਦਾਂ ਜਿੱਦਾਂ ਜਾਨਵਰ ਫਰੈਸ਼ ਸੂਈ ਜਾਣਾ, ਇਹ ਸਾਡੇ ਸਰਕਲ ਆ ਬਣੇ ਆ। ਗਾਵਾਂ ਦਾ ਵੀ ਮੱਝਾਂ ਦਾ ਵੀ। ਛੋਟੇ ਬੱਚਿਆਂ ਤੋਂ ਸ਼ੁਰੂ ਹੁੰਦਾ, ਝੋਟੀਆਂ, ਝੋਟੀਆਂ ਤੋਂ ਫਿਰ ਅੱਗੇ ਮੱਝਾਂ। ਇਦਾਂ ਸਾਡੇ ਸਰਕਲ ਬਣੇ ਆ। ਹੁਣ ਸਾਡਾ ਸਾਰਾ ਫਰੈਸ਼ ਕਾਵਿੰਗ ਐਨੀਮਲ ਆ। ਠੀਕ ਆ ਜੀ। ਉਧਰ ਸਾਰੇ ਡਰਾਈ ਆ, ਬਾਕੀ ਸਾਡਾ ਸਾਰਾ ਮਿਲਕਿੰਗ ਸੈਟਅਪ ਆ ਇਹ। ਠੀਕ ਆ ਜੀ। ਉੱਥੋਂ ਜਾਨਵਰ ਸੂਣਾ, ਠੀਕ ਆ, ਸੂ ਕੇ ਉੱਥੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਜਾਨਵਰ ਨੂੰ ਖਾਤੇ ਚ ਲਾ ਦੇਣਾ। ਉਹਨੇ ਇੱਧਰ ਲੱਗਣਾ, ਇੱਧਰ ਲੱਗਣਾ, ਇੱਧਰ ਲੱਗਣਾ, ਉਹ ਸਾਡੀ ਮਰਜ਼ੀ ਦੇ ਨਾਲ। ਤੇ ਇਦਾਂ ਹੀ ਇਧਰੋਂ ਜਿਹੜਾ ਡਰਾਈ ਹੋਣਾ, ਇਹ ਜਾਨਵਰ ਉਧਰ ਜਾਈ ਜਾਣਾ, ਯਾਨੀ ਸਰਕਲ ਆ, ਘੁੰਮੀ ਜਾਣਾ ਇਹ। ਜ਼ਬਰਦਸਤ ਹੋ ਗਿਆ। ਹਾਂਜੀ ਸਰ ਸਾਨੂੰ ਪਹਿਲੇ ਇਹਨਾਂ ਮੱਝਾਂ ਦੀ ਦੱਸੋ ਕਿ ਇਹਨਾਂ ਨੂੰ ਤੁਸੀਂ ਕਿੰਨਾ ਕਿਲੋ ਵੰਡਾ ਕਿੰਨਾ? ਸਰ ਇਹਨਾਂ ਨੂੰ ਅਸੀਂ 10 ਕਿਲੋ ਵੰਡਾ ਪਾਈਦਾ। ਅੱਛਾ ਜਿਨ੍ਹਾਂ ਚੋਂ 8 ਕਿਲੋ ਤੂੜੀ ਆ। 10 ਕਿਲੋ ਵੰਡਾ 8 ਕਿਲੋ ਤੂੜੀ। 10 ਕਿਲੋ ਵੰਡਾ 8 ਕਿਲੋ ਤੂੜੀ। ਅੱਛਾ ਇਹ ਮੱਝ ਜਿਹੜੀ ਹੈ ਇਹਦੇ ਬਾਰੇ ਥੋੜਾ ਦੱਸੋ। ਸਰ ਇਹ ਮੱਝ ਸਾਡੀ ਹੈਗੀ ਫਰੈਸ਼ ਕਾਵਿੰਗ, ਤਕਰੀਬਨ 4 ਤੋਂ 5 ਦਿਨ ਹੋਏ ਆ। ਅੱਛਾ ਆ ਇਹਦਾ ਕੱਟਾ ਵਾ। ਜ਼ਬਰਦਸਤ ਹੋ ਗਿਆ। ਠੀਕ ਆ। ਇਹ ਸਰ ਸਾਡਾ ਨਾ ਪੱਤੋਕੀ ਵਾਲਿਆਂ ਦੇ ਨਾਲ ਵੀ ਥੋੜਾ ਇਲਹਾਕ ਆ। ਸਾਡਾ ਫਾਰਮ ਉਹਨਾਂ ਨੇ ਨਾ ਰਜਿਸਟਰ ਕੀਤੇ ਆ। ਅੱਛਾ ਤੇ ਕੁਛ ਨੂੰ ਉਹ ਸਿਮਨ ਰੱਖ ਦਿੰਦੇ ਆ। ਉਹ ਹੁਣ ਉਹਨਾਂ ਦੇ ਸਿਮਨ ਦਾ ਬੱਚਾ ਇਹ। ਅੱਛਾ ਉਹਨਾਂ ਦੀਆਂ ਸਾਡੇ ਕੋਲ ਕੱਟੀਆਂ ਵੀ ਆ। ਕੁਛ ਅਸੀਂ ਆਪਣੇ ਬੁੱਲ ਰੱਖੇ, ਉਹਨਾਂ ਕੋ ਮੀਟ ਕਰਵਾਈਦਾ ਯਾਨੀ ਇਹਨਾਂ ਨੂੰ ਮੱਝਾਂ ਨੂੰ। ਜ਼ਬਰਦਸਤ। ਠੀਕ ਆ ਜੀ। ਸਰ ਮੱਝਾਂ ਦੇ ਜਿਹੜਾ ਪੋਰਸ਼ਨ ਇਹਦੇ ਤੋਂ ਤੁਹਾਡੇ ਕੋਲ ਕਿੰਨੇ ਮੁਲਾਜ਼ਮ ਨੇ, ਕਿੰਨੀ ਲੇਬਰ? ਸਾਡੇ ਕੋਲ ਮੱਝਾਂ ਦੇ ਪੋਰਸ਼ਨ 'ਚ ਜੀ 60 ਤੋਂ ਤਕਰੀਬਨ 65 ਡੰਗਰ ਜਿਹੜੇ ਆ, ਉਹਨਾਂ ਦੀ ਮਿਲਕਿੰਗ ਹੁੰਦੀ ਆ। ਅੱਛਾ ਠੀਕ ਆ। ਰੋਜ਼ ਜਿਹੜੀਆਂ ਮੱਝਾਂ ਦੀ ਇੱਕ ਬੰਦਾ ਜਿਹੜਾ ਉਹ ਤਕਰੀਬਨ 10 ਐਨੀਮਲ ਚ ਹੁੰਦਾ। 6 ਬੰਦੇ ਆ, 10 ਡੰਗਰ ਚ ਹੁੰਦੇ ਆ। ਅੱਛਾ 60 ਮੱਝਾਂ ਚੋਣ ਵਾਲੀਆਂ। ਅੱਛਾ 10 ਬੰਦੇ ਜਿਹੜੇ ਨੇ, ਸੌਰੀ 6 ਬੰਦੇ। 6 ਬੰਦੇ ਮਿਲਕਿੰਗ ਵਾਲੇ ਨੇ? ਹਾਂਜੀ। ਫੀਡਿੰਗ ਵਾਲੇ ਅਲੱਗ ਨੇ? ਨਹੀਂ ਇਹੀ ਇਹਨਾਂ ਨੇ ਫੀਡ ਕਰਨਾ। ਇਹਨਾਂ ਨੇ ਫੀਡ ਕਰਨਾ। ਮਤਲਬ 10 ਜਾਨਵਰਾਂ ਤੇ ਇੱਕ 10 ਬੰਦਿਆਂ ਤੇ ਇੱਕ ਲੇਬਰ ਹੈ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਤੇ ਕੀ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕੋਲ ਜਿਹੜੇ ਜਾਨਵਰ ਨੇ ਮਤਲਬ ਇੱਕ ਛੋਟੇ ਝੋਟੀਆਂ ਘਰ ਦੀਆਂ? ਹਾਂਜੀ ਸਾਡੇ ਕੋਲ ਸਿਰਫ ਇੱਥੇ ਘਰ ਦੀਆਂ ਝੋਟੀਆਂ ਸੀ ਸਵਾਈ ਦੀਆਂ ਵਾ। ਅੱਛਾ ਯਾਨੀ ਸਾਡਾ ਟਾਰਗੇਟ ਆ ਜੀ ਖੀਰੀ ਝੋਟੀ ਸੂਵੇ ਤੇ ਦੋਂਦੀ ਝੋਟੀ ਸੂਵੇ। ਅੱਛਾ ਇਹ ਲੋਕਾਂ ਦਾ ਕਨਸੈਪਟ ਹੈ ਕਿ ਖੀਰੀ ਝੋਟੀ ਨਹੀਂ ਸੁੰਦੀ ਹੈਗੀ, ਸਿਰਫ ਵੱਛੀ ਸੁੰਦੀ। ਸਾਡੇ ਕੋਲ ਖੀਰੀ ਝੋਟੀ ਵੀ ਸੂਈ ਆ, ਦੋਂਦੀ ਝੋਟੀ ਵੀ ਸੂਈ ਆ, ਝੋਗੀ ਝੋਟੀ ਵੀ ਸੂਈ ਆ। ਫਿਰ ਝੋਗੀ ਤੋਂ ਅੱਗੇ ਨਹੀਂ ਅਸੀਂ ਉਹਨੂੰ ਲੈ ਕੇ ਜਾਂਦੇ। ਸਿਰਫ ਸਾਨੂੰ ਟਾਰਗੇਟ ਦਿੱਤਾ ਜਾਂਦਾ ਕਿ ਤੁਹਾਡੇ ਕੋਲ ਸਿਰਫ ਝੋਗੀ ਝੋਟੀ ਤੱਕ ਸੂਵੇ, ਇਸ ਤੋਂ ਉੱਪਰ ਨਹੀਂ ਤੁਸੀਂ ਜਾਣ ਦੇਣਾ ਉਹਨੂੰ। ਯਾਨੀ ਅਸੀਂ ਉਹਦੀ ਬਰੀਡਿੰਗ ਤੇ ਸ਼ੁਰੂ ਤੋਂ ਕੰਮ ਸ਼ੁਰੂ ਕਰ ਦਿੰਨੇ ਆ। ਅਸੀਂ ਬੱਚਿਆਂ ਨੂੰ ਪ੍ਰੋਪਰ ਦੁੱਧ ਮੇਨਟੇਨ ਜਿਹੜਾ ਇਹਨਾਂ ਦਾ ਬਣਦਾ ਉਨਾ ਪਿਲਾਈਦਾ। ਇਹ ਨਹੀਂ ਕਿ ਇੱਕ ਥਣ ਪਿਲਾ ਦੋ, ਅੱਧਾ ਥਣ ਪਿਲਾ ਦੋ। ਅਸੀਂ ਇਹਨਾਂ ਨੂੰ ਬਾਲਟੀਆਂ ਤੋਲ ਕੇ ਪਿਲਾਉਂਦੇ ਆ। ਅੱਛਾ ਮਤਲਬ ਮਾਂ ਦੇ ਥੱਲੋਂ ਨਹੀਂ ਪਾਉਣਾ? ਮਾਂ ਦੇ ਥੱਲਿਓਂ ਅਸੀਂ ਸ਼ੁਰੂ ਚ ਬੋਲੀ ਬੂਲੀ ਚੰਗਾ ਦੀ ਆ ਬਸ, ਉਸ ਤੋਂ ਇਲਾਵਾ ਨਹੀਂ। ਬਾਅਦ ਬੱਚੇ ਅਸੀਂ ਉਹਨਾਂ ਨੂੰ ਬੋਲੀ ਵੀ ਨਹੀਂ ਚੰਗਾਈ ਦੀ, ਉਹਨਾਂ ਨੂੰ ਸਿਰਫ ਅਸੀਂ ਬਾਲਟੀ 'ਚ ਦੁੱਧ ਤੇ ਲਾ ਲਈਦਾ। ਅੱਛਾ ਮੈਂ ਤੇ ਪਹਿਲਾ ਫਾਰਮ ਹੈ ਜਿਹੜਾ ਮੈਂ ਵੇਖ ਰਿਹਾ ਕਿ ਤੁਸੀਂ ਮਤਲਬ ਬੱਚੇ ਅਲੱਗਾ ਕਰਕੇ ਬਾਲਟੀਆਂ ਤੇ ਜਿਸ ਤਰ੍ਹਾਂ ਪਾਲਦੇ ਹੋ। ਹੁਣ ਸਾਡਾ ਮਿਲਕਿੰਗ ਦਾ ਟਾਈਮ ਆ, ਤੁਹਾਨੂੰ ਤਕਰੀਬਨ 10 ਤੋਂ 15 ਮਿੰਟ ਤੱਕ ਅਸੀਂ ਆਪਣਾ ਉਹ ਵੀ ਪੋਰਸ਼ਨ ਦਿਖਾ ਦਾਂਗੇ ਜਿੱਥੇ ਅਸੀਂ ਮੱਝਾਂ ਦੇ ਬੱਚਿਆਂ ਨੂੰ ਫੀਡਰ ਨਾਲ ਵੀ ਦੁੱਧ ਪਿਲਾਉਣਾ, ਬਾਲਟੀ ਨਾਲ ਵੀ। ਬਾਅਦ ਬੱਚੇ ਬਾਲਟੀਆਂ ਤੇ ਨਹੀਂ ਲੱਗਦੇ, ਉਹਨਾਂ ਨੂੰ ਫਿਰ ਅਸੀਂ ਫੀਡਰ ਨਾਲ ਦੁੱਧ ਪਿਲਾਈਦਾ। ਜ਼ਬਰਦਸਤ ਹੋ ਗਿਆ। ਚਲੋ ਹਾਂਜੀ। ਅੱਛਾ ਜਿਹੜੀ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਉਹ ਮੱਝ ਜ਼ਰਾ ਵਿਖਾਓ। ਇਹ ਮਾਸ਼ਾਅੱਲਾ ਬੜੀ ਸੋਹਣੀ ਆ ਵੀ ਮੱਝ ਸੋਹਣੀ। ਆ ਝੋਟੀ ਸਾਡੀ ਹੁਣੀ ਮੇਲਾ ਲੜ ਕੇ ਆਈ ਆ। ਅੱਛਾ ਇਹ ਥੋੜੀ ਜਿਹੀ ਗਲਤ ਹੋ ਗਈ ਸੀਗੀ। ਇਹ ਮੀਆਂ ਹਾਲੀ ਸਾਹਿਬ ਲੈ ਕੇ ਗਏ ਸੀ ਮੇਲੇ ਤੇ, ਇਹਨੇ ਉੱਥੇ ਸਾਡੇ ਕੋਲ 22 ਕਿਲੋ ਪਲੱਸ ਦੁੱਧ ਕੀਤਾ ਜੀ। ਅੱਛਾ ਪਹਿਲਨ ਝੋਟੀ ਮੂੰਹ ਇਹ ਦੋਂਦੀ, ਹਜੇ ਵੀ ਇਹ ਦੋਂਦੀ ਆ। ਜ਼ਬਰਦਸਤ ਹੋ ਗਿਆ। ਇਹ ਸਾਰਾ ਜਿਹੜਾ ਇਹ ਫਰੈਸ਼ ਜਾਨਵਰ ਨੇ? ਹਾਂਜੀ ਇਹ ਘਰ ਦੀ ਝੋਟੀ ਹੈ, ਘਰ ਦੀ ਸੂਈ ਹੋਈ ਆ। ਹਾਂਜੀ ਆ ਵੀ ਫਰੈਸ਼ ਕਾਵਿੰਗ, ਆ ਵੀ ਫਰੈਸ਼ ਕਾਵਿੰਗ, ਆ ਵੀ ਫਰੈਸ਼ ਕਾਵਿੰਗ ਆ। ਜ਼ਬਰਦਸਤ ਹੋ ਗਿਆ। ਇਹ ਜਿਹੜੀ ਮੱਝ ਆ ਇਹ ਬਲੈਕ ਗੋਲਡ ਦੀ ਮੈਂਬਰ ਵੀ ਰਹੀ ਹੈ 2 ਵਾਰੀ। ਅੱਛਾ ਬਲੈਕ ਗੋਲਡ ਇੱਕ ਵਾਰੀ ਇਹ ਯੂਨੀਵਰਸਿਟੀ ਚੋਂ 3ਰੇ ਨੰਬਰ ਤੇ ਆਈ ਹੈ। ਅੱਛਾ 3ਰੇ ਨੰਬਰ ਤੇ ਲੱਗੀ। ਹਾਂਜੀ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ। ਹੁਣ ਆਹ ਜ਼ਰਾ ਆ ਸਰ ਸਾਡੇ ਜਿਹੜੇ ਡਰਾਈ ਐਨੀਮਲ ਬੈਠੇ। ਅੱਛਾ ਡਰਾਈ। ਅੱਛਾ ਇਹਦੇ ਵਿੱਚ ਸਾਡੀ ਜਿਹੜੀ ਖੀਰੀਆਂ ਤਿਆਰ ਹੋਈਆਂ ਨੇ ਮੱਝਾਂ ਪਹਿਲਾਂ ਉਹ ਜ਼ਰਾ ਚੈੱਕ ਕਰਵਾਓ।
ਖੀਰੀ ਝੋਟੀ ਇਹਨਾਂ ਚੋਂ ਹਜੇ ਆ ਗੱਭਣਾ ਬੈਠੀਆਂ ਜੀ। ਆ ਮਾਝਾ ਦੋਂਦੀ ਇਹਦਾ ਤੁਹਾਨੂੰ ਮੂੰਹ ਫੜ ਕੇ ਦਿਖਾਣੇ ਆ। ਇਹ ਸੂਣ ਵਾਲੀ ਆ। ਅੱਛਾ ਝੋਟੀ ਆ ਇਹ। ਜ਼ਬਰਦਸਤ ਇਹ ਹੋ ਗਿਆ। ਖੀਰੀ ਦੋਂਦੀ ਝੋਟੀ ਸੂਣੀ ਆ ਇਹ। ਠੀਕ ਆ। ਇਹ ਤਿਆਰ ਆ, ਤਕਰੀਬਨ 15 ਤੋਂ 20 ਦਿਨ ਦੇ ਵਿੱਚ ਸੂਪ ਪੈਣੀ ਆ। ਠੀਕ ਹੋ ਗਿਆ। ਰਹਿਣ ਦਿਓ, ਮੂੰਹ ਨਾ ਫੜੋ। ਠੀਕ ਹੋ ਗਿਆ। ਮੂੰਹ ਦਿਖਾ ਦਈਏ ਤੁਹਾਨੂੰ ਖੋਲ ਕੇ, ਕੋਈ ਇਸ਼ੂ ਨਹੀਂ। ਮੈਂ ਕਿਹਾ ਗੱਲਾਂ ਨਹੀਂ ਨਾ। ਅੱਛਾ ਮੂੰਹ ਫੜਾਂਦੀ ਹੈ ਨਾ ਵੀ ਫੜਾਓ, ਤੁਹਾਡੇ ਕੈਮਰੇ ਹੀ ਦਿਖਾ ਦਾਂਗੇ। ਆ ਜਾਓ। ਦੋਂਦੀ ਆ, ਤਸੱਲੀ ਕਰ ਲਓ। ਅੱਛਾ ਹਾਂਜੀ ਠੀਕ ਹੋ ਗਿਆ। ਆ ਸਟਰਕਚਰ ਦੇਖ ਲਓ, ਇਹਦਾ ਆਰਡਰ ਦੇਖ ਲਓ। ਨਹੀਂ ਤੇ ਇਹ ਸਾਡੀ ਘਰ ਦੀ ਹੈ। ਨਹੀਂ ਇਹ ਕੀ ਲੱਗ ਰਿਹਾ ਹੈ ਕਿ ਜਾਨਵਰ ਜਿਹੜੇ ਹੈ ਨੇ, ਮਤਲਬ ਇੱਕ ਮੱਝਾਂ ਦੇ ਬਾਰੇ ਤੇ ਹੈ ਕਿ ਜਨਾਬ ਇਹ ਦੁਨੀਆਂ ਚ ਹੋ ਗਈਆਂ 3-3 ਸਾਲ ਦੇ ਜਿਹੜੇ ਨੇ ਸੌਂਦੀਆਂ ਨੇ। ਨਹੀਂ, ਇਹ ਐਸਾ ਕੋਈ ਕਨਸੈਪਟ ਨਹੀਂ ਹੈਗਾ। ਨਹੀਂ ਕੀ ਵਜ੍ਹਾ ਹੈ ਇੱਥੇ ਫਾਰਮਰ ਗਲਤੀ ਕਿੱਥੇ ਕਰਦਾ ਹੈ? ਫਾਰਮਰ ਗਲਤੀ ਕਰਦਾ ਫੀਡਿੰਗ 'ਚ ਜਾ ਕੇ। ਫੀਡਿੰਗ ਵਿੱਚ ਮਸਲਨ ਫੀਡਿੰਗ 'ਚ ਯਾਨੀ ਬੱਚੇ ਨੂੰ 1 ਮਹੀਨਾ ਉਹ ਦੁੱਧ ਪਿਲਾ ਲੈਂਦੇ ਆ ਪੂਰਾ ਪ੍ਰੋਪਰ ਜਿੰਨਾ ਉਹਦਾ ਬਣਦਾ। ਉਸ ਤੋਂ ਬਾਅਦ ਉਹ ਦੁੱਧ ਹੀ ਨਹੀਂ ਛੱਡਦੇ। ਉਹਨਾਂ ਨੂੰ ਪੱਠੇ ਪਾਣ ਲੱਗ ਜਾਂਦੇ ਆ, ਉਹਨਾਂ ਦੇ ਪੇਟ ਲਟਕ ਜਾਂਦੇ ਆ, ਨਾ ਉਹਨਾਂ ਦੀ ਆਪਣੀ ਗਰੋਥ ਹੁੰਦੀ ਆ, ਨਾ ਉਹਨਾਂ ਦੀ ਡਿਵਰਮਿੰਗ ਕਰਦੇ ਆ। ਅਸੀਂ ਇਹਨਾਂ ਨੂੰ ਜਦੋਂ ਦੁੱਧ ਛਡਾਈਦਾ ਨਾ, ਕਮ ਸੇ ਕਮ 3 ਮਹੀਨੇ ਅਸੀਂ ਇਹਨਾਂ ਨੂੰ ਦੁੱਧ ਪਿਲਾਉਣਾ। ਅੱਛਾ ਦੁੱਧ ਪਿਲਾਣਾ। ਅਸੀਂ ਜਦੋਂ ਬੱਚਾ ਹੋ ਜਾਂਦਾ 7 ਤੋਂ 8 ਦਿਨ ਦਾ, ਉਹਦੇ ਅੱਗੇ ਥੋੜਾ ਥੋੜਾ ਵੰਡਾ ਰੱਖਣਾ ਸ਼ੁਰੂ ਕਰ ਦਈਦਾ। ਕਾਫ ਸਟਾਰਟਰ ਜਿਹੜਾ ਯਾਨੀ ਅਸੀਂ ਮੁੱਲ ਨਹੀਂ ਨਾ ਲੈਂਦੇ, ਵੰਡਾ ਖੁਦ ਹੀ ਬਣਾਉਂਦੇ, ਸਟਾਰਟਰ ਵੀ ਖੁਦ ਹੀ ਬਣਾਉਂਦੇ ਆ। ਅੱਛਾ ਉਹ ਸਟਾਰਟਰ ਅਸੀਂ ਥੋੜਾ ਥੋੜਾ ਬੱਚੇ ਨੂੰ ਦੇਣਾ ਸ਼ੁਰੂ ਕਰ ਦਈਦਾ, ਉਹ ਵੰਡੇ ਤੇ ਲੱਗ ਜਾਂਦਾ। ਫਿਰ ਜਦੋਂ ਉਹ ਮਹੀਨੇ ਦੇ ਕਰੀਬ ਹੁੰਦਾ ਨਾ, ਉਹਨੂੰ ਨਾਲ ਤੂੜੀ ਪਾਣੀ ਸ਼ੁਰੂ ਕਰ ਦਈਦੀ। ਫਿਰ ਸਾਡਾ ਬੱਚਾ ਸ਼ੁਰੂ ਤੋਂ ਹੀ ਤੂੜੀ ਵੰਡੇ ਤੇ ਲੱਗ ਜਾਂਦਾ। ਫਿਰ ਉਹਨੂੰ ਜਦੋਂ ਸ਼ੁਰੂ ਤੋਂ ਤੂੜੀ ਵੰਡੇ ਤੇ ਲੱਗ ਜਾਂਦਾ, ਉਹਨੂੰ ਕੋਈ ਮਸਾਇਲ ਨਹੀਂ ਫਿਰ ਆਉਂਦੇ ਹੈਗੇ। ਅਸੀਂ ਉਹਦੀ ਡਿਵਰਮਿੰਗ ਹਰ ਤਕਰੀਬਨ 2 ਮਾਹ ਬਾਅਦ ਬੱਚੇ ਦੀ ਡਿਵਰਮਿੰਗ ਕਰ ਦਈਦੀ ਆ। ਜ਼ਰੂਰਤ ਦੇ ਨਾਲ ਆ, ਬਾਅਦ ਦਫਾ ਸਾਨੂੰ ਮਹੀਨੇ ਬਾਅਦ ਵੀ ਕਰਨੀ ਪੈ ਜਾਂਦੀ, ਬਾਅਦ ਦਫਾ 2 ਮਹੀਨੇ ਬਾਅਦ। 2 ਮਹੀਨੇ ਮੋਸਟਲੀ ਅਸੀਂ ਕਰੀਦੀ ਆ ਇਹਨਾਂ ਦੀ ਡਿਵਰਮਿੰਗ। ਉਸ ਤੋਂ ਬਾਅਦ ਇਹ ਗਰੋਥ ਅੱਛੀ ਕਰਦੇ ਆ। ਹੁਣ ਤੁਹਾਡੇ ਸਾਹਮਣੇ ਮਾਸ਼ਾਅੱਲਾ ਕਿੱਡਾ ਅੱਛਾ ਇਹਦਾ ਬਾਡੀ ਸਟਰਕਚਰ ਆ, ਹਰ ਚੀਜ਼ ਦਾ ਤੁਹਾਨੂੰ ਮੂੰਹ ਫੜ ਕੇ ਦਿਖਾਇਆ। ਦੋਂਦੀ ਝੋਟੀ ਹੈ ਸਾਡੀ ਇਹ। ਦੋਂਦੀ ਝੋਟੀ ਹੁਣ ਤਕਰੀਬਨ 10 ਤੋਂ 15 ਦਿਨ ਤੱਕ ਸੂਪਾ ਨਹੀਂ। ਇਹਦੇ ਚ ਥੋੜਾ ਜਿਹਾ ਨਾ ਇਸ਼ੂ ਬਣ ਗਿਆ ਸੀ, ਇਹਦੀ ਬਰੀਡ ਥੋੜੀ ਲੇਟ ਹੋ ਗਈ। ਅੱਛਾ ਅੱਛਾ। ਇਹ 2 ਵਾਰੀ ਨਾ ਰਿਪੀਟ ਹੋਈ ਸੀ, ਕਿਉਂਕਿ ਉਹ ਸਿਮਨ ਰੱਖਦੇ ਸੀ, ਨਹੀਂ ਕਨਸੀਵ ਕੀਤੀ ਹੈਗੀ। ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਖੁਦ ਸਿਮਨ ਰੱਖਿਆ ਆਪ, ਫਿਰ ਉਸ ਤੋਂ ਬਾਅਦ ਇਹ ਕਨਸੀਵ ਹੋਈ ਸੀ ਸਾਡੀ ਝੋਟੀ। ਜ਼ਬਰਦਸਤ ਹੋ ਗਿਆ। ਆਓ ਹਜ਼ਰਾ ਇੱਧਰ ਬਣਾਓ ਖਾਣਾ। ਅੱਛਾ ਸਰ, ਮੱਝਾਂ ਦੇ ਵਿੱਚ ਸਾੜੂ ਦੇ ਮਸਾਇਲ ਵੀ ਬੜੇ ਆਉਂਦੇ ਨੇ? ਨਹੀਂ ਸਰ, ਸਾਡੀਆਂ ਮੱਝਾਂ ਦੇ ਸਾੜੂ ਦੇ ਮਸਾਇਲ ਬਹੁਤ ਸ਼ਾਜ਼ੋ ਨਾਜ਼ਰਾ, ਬਿਮਾਰੀ ਵੀ ਔਰ ਮਸਾਇਲ ਵੀ। ਹੁਣ ਆ ਬੱਚੇ ਦੇਖੋ ਤੁਸੀਂ ਆ ਮਾਸ਼ਾਅੱਲਾ। ਜੀ ਮਾਸ਼ਾਅੱਲਾ, ਜ਼ਬਰਦਸਤ ਹੋ ਗਿਆ। ਇਹ ਫਰੈਸ਼ ਕਾਵਿੰਗ ਐਨੀਮਲ ਹੈ ਸਾਰੇ। ਅੱਛਾ ਅੱਛਾ, ਇਹ ਸਾਰੇ ਫਰੈਸ਼ ਨੇ? ਹਾਂਜੀ। ਆਹਾ ਮਾਸ਼ਾਅੱਲਾ। ਅੱਛਾ, ਇਹਨਾਂ ਦਾ ਗਰਮੀ ਸਰਦੀ ਦਾ ਨਹੀਂ, ਮੱਝ ਨੂੰ ਕੋਈ ਗਰਮੀ ਸਰਦੀ ਨਾਲ ਕੋਈ ਇਸ਼ੂ ਨਹੀਂ। ਆ ਜਿਹੜੀ ਅੱਗੇ ਆ ਡਰਾਈ ਆ। ਜ਼ਬਰਦਸਤ ਹੋ ਗਿਆ। ਠੀਕ ਹੈ ਸਰ, ਤੁਸੀਂ ਸਾਲੇ ਸੂਰਜ ਨਹੀਂ ਇਸਤੇਮਾਲ ਕੀਤਾ? ਨਹੀਂ ਸਰ, ਸਾਲਿਜ ਨਹੀਂ ਸਾਡੇ ਫਾਰਮ ਤੇ ਇਸਤੇਮਾਲ ਹੁੰਦਾ। ਨਹੀਂ ਇਸਤੇਮਾਲ ਕੀਤਾ ਹੀ ਨਹੀਂ, ਜਾਂ ਕਿ ਕਿਸੇ ਮਸਾਇਲ ਦੀ ਵਜ੍ਹਾ ਤੋਂ ਛੱਡਿਆ? ਨਹੀਂ, ਅਸੀਂ ਇਸਤੇਮਾਲ ਹੀ ਨਹੀਂ ਕੀਤਾ। ਅੱਛਾ ਅੱਛਾ। ਹਾਂਜੀ। ਤੇ ਮੱਝਾਂ ਨੂੰ ਸਬਜ਼ ਚਾਰਾ ਕਦੀ ਨਹੀਂ ਪਾਇਆ? ਸਬਜ਼ ਚਾਰਾ ਨਹੀਂ ਕਦੀ। ਉਹ ਸਬਜ਼ ਚਾਰਾ ਸਿਰਫ ਅਸੀਂ ਤਾਜ਼ੀ ਨੂੰ ਆ, ਅਗਰ ਇੱਕ ਅੱਧਾ ਦਿਨ ਅਗਰ ਜ਼ਰੂਰਤ ਪਵੇ ਤੇ ਦੇ ਦਈਏ, ਨਹੀਂ ਤਾਂ ਅਸੀਂ ਕੋਸ਼ਿਸ਼ ਕਰੀਏ ਨਾ ਹੀ ਦਈਏ। ਕਦੇ ਕਦੇ ਯਾਨੀ ਕਦੇ ਉਹਨਾਂ ਦਾ ਮੂੰਹ ਸਲੂਣਾ ਕਰਨ ਲਈ ਨਾ, ਪੰਜਾਬੀ ਚ ਕਹਿ ਲੋ, ਮੂੰਹ ਸਲੂਣਾ ਕਰਨ ਲਈ ਉਹਨਾਂ ਨੂੰ ਸਿਰਫ ਪੱਠੇ ਥੋੜੇ ਖਿਲਾ ਦਈਦੇ ਆ। ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ। ਤੇ ਸਰ ਤੁਸੀਂ ਜ਼ਿਆਦਾਤਰ ਜਿਹੜਾ ਹੈ ਵੇ ਆ ਮੱਝ ਹੁਣ ਸਾਡੀ ਮਾਸ਼ਾਅੱਲਾ ਪ੍ਰੈਗਨੈਂਟ ਆ ਜੀ। ਇਹ ਪਿਛਲੇ ਸੂਏ ਸਾਡੇ ਕੋਲ ਤਕਰੀਬਨ 22-23 ਕਿਲੋ ਦੁੱਧ ਦਿੱਤਾ ਇਸ ਮੱਝ ਨੇ। ਅੱਛਾ ਮਾਸ਼ਾਅੱਲਾ। ਘਰ ਅਸੀਂ ਕੰਡੇ ਤੇ ਚੁੰਦੇ ਰਹੇ। ਜ਼ਬਰਦਸਤ ਹੋ ਗਿਆ। ਅੱਛਾ ਸਰ, ਇਹ ਦੱਸਿਆ ਜੇ ਕਿ ਤੁਸੀਂ, ਕਿਉਂਕਿ ਤੁਹਾਡੇ ਕੋਲ ਜਾਨਵਰ ਤੁਸੀਂ ਦੱਸ ਰਹੇ ਹੋ ਕਿ ਮੰਡੀ ਤੋਂ ਵੀ ਆਉਂਦੇ ਰਹਿੰਦੇ ਨੇ ਪਰਚੇਜ਼? ਹਾਂਜੀ ਹਾਂਜੀ, ਮੰਡੀ ਚੋਂ ਅਸੀਂ ਸਿਰਫ ਪਹਿਲਨ ਝੋਟੀ ਪਰਚੇਜ਼ ਕਰੀਦੀ। ਅੱਛਾ, ਪਹਿਲਨ ਝੋਟੀ। ਅੱਛਾ, ਕਨਸੈਪਟ ਤਾਂ ਇਹ ਵੇ ਕਿ ਗਵਾਲ ਦੇ ਵਿੱਚ ਜਿਹੜੇ ਨੇ ਨਾ, ਜਿਹੜੇ ਲੋਕ ਦੁੱਧ ਵਾਲਾ ਕੰਮ ਕਰਦੇ ਨੇ, ਉਹ ਤਾਂ ਇਹ ਕਹਿੰਦੇ ਨੇ ਕਿ ਯਾਰ ਪਹਿਲਨ ਝੋਟੀ ਦੁੱਧ ਥੋੜਾ ਦਿੰਦੀ, ਦੂਜੇ ਤੀਜੇ ਨਹੀਂ ਸਰ, ਪਹਿਲਨ ਝੋਟੀ ਹੀ ਦੁੱਧ ਦਿੰਦੀ ਹੈ, ਔਰ ਲੰਮਾ ਦੁੱਧ ਵੀ ਪਹਿਲਨ ਝੋਟੀ ਹੀ ਦਿੰਦੀ ਹੈ। ਆ ਸਾਡਾ ਪਿੱਛੇ ਝੋਟੀਆਂ ਦਾ ਸੈਟਅਪ ਆ, ਤੁਹਾਨੂੰ ਮੈਂ ਵੀ ਸਾਰਾ ਵਿਜ਼ਿਟ ਕਰਵਾ ਦਿੰਦਾ। ਅੱਛਾ, ਇਹ ਸਾਰੀਆਂ ਪਹਿਲਣਾ ਝੋਟੀਆਂ ਜੀ। ਇਹ ਘਰ ਦੀਆਂ ਨੇ? ਇਹਨਾਂ ਚੋਂ ਆ ਮੰਡੀਆਂ ਵੀ ਆਈਆਂ ਤੇ ਕੁਝ ਘਰ ਦੀਆਂ। ਅੱਛਾ ਅੱਛਾ ਅੱਛਾ, ਜ਼ਬਰਦਸਤ ਹੋ ਗਿਆ। ਅੱਛਾ ਡਾਕਟਰ ਸਾਹਿਬ, ਹਾਂਜੀ ਇੱਧਰ ਆਓ ਹਾਂ ਜ਼ਰਾ। ਅੱਛਾ, ਥੋੜਾ ਜਿਹਾ ਮੈਨੂੰ ਇਹ ਦੱਸੋ ਕਿ ਤੁਸੀਂ ਚੂੰਕਿ ਗਾਵਾਂ ਦੀ ਫਾਰਮਿੰਗ ਤੇ ਵੀ ਕਰ ਰਹੇ ਹੋ, ਮੱਝਾਂ ਦਾ ਵੀ ਕਰ ਰਹੇ ਹੋ, ਤੁਹਾਡੀ ਪ੍ਰੈਕਟਿਸ ਵੀ ਹੈ ਇਸ ਫਾਰਮ ਦੇ ਉੱਤੇ ਵੀ, ਤੇ ਕੀ ਲੱਗਦਾ ਹੈ ਮੱਝ ਤੇ ਗਾਂ ਦੀ ਫਾਰਮਿੰਗ ਪਾਕਿਸਤਾਨ ਦੇ ਵਿੱਚ ਕੀ ਤੁਸੀਂ ਮਹਿਸੂਸ ਕੀਤਾ ਹੈ? ਕਿਉਂਕਿ ਲੋਕਾਂ ਦੀ ਇਹ ਬੜੀ ਨਾ ਮਿਸਕਨਸੈਪਸ਼ਨ ਹੈ ਕਿ ਮੱਝਾਂ ਦੀ ਫਾਰਮਿੰਗ ਜਿਹੜੀ ਹੈ ਉਸ ਦੇ ਵਿੱਚ ਪੈਸਾ ਘੱਟ ਹੈ, ਗਾਂ ਦੀ ਫਾਰਮਿੰਗ ਵਿੱਚ ਪੈਸਾ ਜ਼ਿਆਦਾ ਹੈ, ਗਾਂ ਦੁੱਧ ਜ਼ਿਆਦਾ ਦਿੰਦੀ ਹੁੰਦੀ, ਫੀਡਿੰਗ ਕਾਸਟ। ਐਸਾ ਕੋਈ ਕਨਸੈਪਟ ਨਹੀਂ ਹੈਗਾ, ਇਹ ਸਾਰਾ ਗਲਤ ਕਨਸੈਪਟ ਆ ਕਿ ਮੱਝ ਦਾ ਕੋਈ ਪ੍ਰੋਫਿਟ ਨਹੀਂ ਹੈਗਾ। ਕਿਉਂਕਿ ਮੱਝ ਜਿਹੜੀ ਹੈ ਤਕਰੀਬਨ 10 ਤੋਂ 12 ਕਿਲੋ ਦੁੱਧ ਦਿੰਦੀ ਆ। ਮੱਝ ਦਾ ਤੇ ਗਾਂ ਦੇ ਦੁੱਧ ਦਾ ਅਗਰ ਆਪਾਂ ਮੁਆਜ਼ਨਾ ਕਰੀਏ ਨਾ, ਤੇ ਮੱਝ ਉੱਪਰ ਆ। ਅੱਛਾ, ਕਿਉਂਕਿ ਗਾਂ ਜਿਹੜੀ ਵਲੈਤੀ ਆ ਉਹਦੀ 3 ਫੈਟ ਆ, ਜਿਹੜੀ ਕ੍ਰਾਸ ਦੀ ਆ ਉਹਦੀ 4 ਫੈਟ ਆ, ਮੱਝ ਦੀ 60 ਫੈਟ ਆ। ਗਾਂ ਦੁੱਧ ਦੇਵੇ ਜੀ 10 ਕਿਲੋ ਤੇ ਮੱਝ ਦੁੱਧ ਦੇਵੇ ਜੀ 3 ਕਿਲੋ, ਬਰਾਬਰ ਆ। ਇਸੇ ਤਰ੍ਹਾਂ
ਠੀਕ ਆ ਜੀ। ਜੀ 3 ਤੋਂ 4 ਕਿਲੋ ਦੁੱਧ ਆ, ਉਹਦਾ 10 ਕਿਲੋ ਦੁੱਧ। ਫਿਰ ਬਰਾਬਰ ਆ ਉਹ ਤਾਂ। ਜੀ ਅੱਛਾ, ਇਹ ਕਨਸੈਪਟ ਨਹੀਂ ਕੋਈ ਵੀ ਕਿ ਮੱਝ ਦਾ ਪ੍ਰੋਫਿਟ ਨਹੀਂ, ਮੱਝ ਦਾ ਦੁੱਧ, ਮੱਝ ਦੇ ਇਕੱਲੇ ਦੁੱਧ ਅਗਰ ਆਪਾਂ ਵੇਚੀਏ ਉਹਦਾ ਰੇਟ ਵੀ ਜ਼ਿਆਦਾ ਜਾਂ ਰੇਟ ਵੀ ਜ਼ਿਆਦਾ। ਹਾਂਜੀ, ਰੇਟ ਵੀ ਉਸ ਤੋਂ ਜ਼ਿਆਦਾ ਹੈ। ਔਰ ਉਸ ਤੋਂ ਹਟ ਕੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੂੰ ਕੋਈ ਗਰਮੀ ਸਰਦੀ ਦਾ ਇਸ਼ੂ ਵੀ ਨਹੀਂ ਹੁੰਦਾ। ਨਹੀਂ, ਮੱਝ ਨੂੰ ਕੋਈ ਇਸ਼ੂ ਨਹੀਂ ਹੁੰਦਾ ਹੈਗਾ। ਅੱਛਾ, ਤੇ ਫਿਰ ਸੂਏ ਵੀ ਜ਼ਿਆਦਾ ਦਿੰਦੀ ਹੈ ਮੱਝ ਸਾਡੇ ਕੋਲ ਇੱਥੇ ਤਕਰੀਬਨ ਮਾਸ਼ਾਅੱਲਾ, ਉਹ ਜਿਹੜੀ ਅੱਗੇ ਤੁਹਾਨੂੰ ਮੇਲੇ ਵਾਲੀ ਮੱਝ ਦਿਖਾਈ ਹੈ, ਉਹ ਸਾਡੇ ਕੋਲ 8 ਸੂਏ ਇੱਥੇ ਘਰ ਸੂਈ ਹੋਈ ਆ। ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ। ਤੇ ਸਰ ਮੇਨ ਇਸ਼ੂ ਤਾਂ ਇਹੀ ਆਉਂਦਾ ਨਾ ਕਿ ਲੋਕ ਜਿਹੜੇ ਇਸ ਵਜ੍ਹਾ ਤੋਂ ਮੱਝ ਦੀ ਫਾਰਮਿੰਗ ਕਰਨ ਨਹੀਂ ਆਉਂਦੇ ਕਿ ਇਹਨਾਂ ਦੇ ਬੱਚੇ ਜਿਹੜੇ ਬੜਾ ਟਾਈਮ ਲੈਂਦੇ ਨੇ ਤਿਆਰ ਹੋਣ ਤੇ। ਸਰ ਮੈਂ ਤੁਹਾਨੂੰ ਮੂੰਹ ਫੜ ਕੇ ਝੋਟੀਆਂ ਦਿਖਾਈਆਂ, ਮੈਂ ਹੋਰ ਵੀ ਸਾਡੇ ਕੋਲ ਝੋਟੀਆਂ, ਉਧਰ ਵੀ ਝੋਟੀਆਂ ਪ੍ਰੈਗਨੈਂਟ ਖੜੀਆਂ, ਮੈਂ ਤੁਹਾਨੂੰ ਉਹਨਾਂ ਦੇ ਮੂੰਹ ਫੜ ਕੇ ਬਕਾਇਦਾ ਚੈੱਕ ਕਰਵਾ ਦੇਣਾ, ਆਰਡਰ ਬਣੇ ਹੋਏ। ਜ਼ਬਰਦਸਤ ਹੋ ਗਿਆ ਜੀ। ਸਰ ਐਂਡ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਬਲਕਿ ਮੈਂ ਕੁਐਸਚਨ ਇਸ ਤਰ੍ਹਾਂ ਕਰਨਾ ਕਿ ਤੁਹਾਡਾ ਕੀ ਮੈਸੇਜ ਹੈ ਕਿ ਕਿਹੜੇ ਪੁਆਇੰਟਸ ਨੇ ਫਾਰਮਰ ਨੂੰ ਕਾਮਯਾਬ ਹੋਣ ਵਾਸਤੇ ਉਹਨਾਂ ਉੱਤੇ ਅਮਲ ਕਰਨਾ ਜ਼ਰੂਰੀ ਹੈ? 3 ਤੋਂ 4 ਪੁਆਇੰਟ ਆ ਫਾਰਮਰ ਨੂੰ ਜਿਹੜਾ ਫਾਰਮਿੰਗ ਨੂੰ ਕਾਮਯਾਬ ਕਰਦੇ ਆ ਸਰ। ਸਭ ਤੋਂ ਪਹਿਲਾਂ ਸਿਲੈਕਸ਼ਨ ਆਫ ਐਨੀਮਲ। ਜੀ ਜੀ, ਠੀਕ ਹੋ ਗਿਆ। ਐਨੀਮਲ ਸਿਲੈਕਟ ਕਰਨਾ, ਤੁਸੀਂ ਇਹ ਦੇਖਣਾ ਕਿ ਆਇਆ ਤੁਸੀਂ ਇਹਨੂੰ ਇੱਕ ਸੂਆ ਚੋਣਾ, 2 ਸੂਏ ਚੋਣੇ ਆ, ਇਹਦੇ ਕੋ ਅੱਗੇ ਬਰੀਡ ਲੈਣੀ ਆ, ਕੀ ਕਰਨਾ ਤੁਸੀਂ ਜੀ। ਬਾਅਦ ਲੋਕ ਇਦਾਂ ਕਰਦੇ, ਐਨੀਮਲ ਸਿਲੈਕਟ ਕਰਦੇ ਆ, ਉਹਨੂੰ ਚੋਂਦੇ ਚੁੱਕ ਕੇ ਵੇਚ ਦਿੰਦੇ ਆ। ਬਾਅਦ ਹੁੰਦੇ ਆ ਜੀ, ਉਹਨਾਂ ਨੇ ਐਨੀਮਲ ਪਰਚੇਜ਼ ਕੀਤਾ, ਪਰਚੇਜ਼ ਕਰਨ ਤੋਂ ਬਾਅਦ ਉਹਨੇ ਦੇਖਣਾ ਕਿ ਉਹਨੂੰ ਮੈਂ ਕਿੰਨੀ ਦੇਰ ਇੱਥੇ ਰੱਖਣਾ, ਕਿੰਨੇ ਉਹਦੇ ਕੋ ਸੂਏ ਲੈਣੇ ਆ। ਠੀਕ ਆ। ਉਸ ਤੋਂ ਬਾਅਦ ਹੀ ਆ ਜਾਂਦਾ ਫੀਡ। ਜਾਨਵਰ ਨੂੰ ਪ੍ਰੋਪਰ ਅਗਰ ਫੀਡ ਮਤਵਾਜ਼ਨ ਨਾ ਮਿਲੇ, ਉਹ ਤਾਂ ਵੀ ਨਹੀਂ ਦੁੱਧ ਦਿੰਦਾ। ਫਾਰਮਰ ਕਹਿੰਦਾ ਜੀ ਡੰਗਰ ਤਾਂ ਦੁੱਧ ਨਹੀਂ ਦਿੰਦਾ, ਉਹ ਇਹ ਨਹੀਂ ਦੇਖਦਾ ਕਿ ਮੈਂ ਗਲਤ ਕਿੱਥੇ ਆ, ਜਾਂ ਫੀਡ ਕੀ ਕਰਵਾ ਰਿਹਾ, ਫੀਡ ਕੀ ਕਰਵਾ ਰਿਹਾ, ਮੇਰੀ ਖੁਰਾਕ ਮਤਵਾਜ਼ਨ ਹੈ ਨਹੀਂ ਹੈ। ਅਗਰ ਖੁਰਾਕ ਮਤਵਾਜ਼ਨ ਹੋਏਗੀ ਤੇ ਜਾਨਵਰ ਦੁੱਧ ਦੇਗਾ। ਇਸੇ ਤਰ੍ਹਾਂ ਉਹ ਲੋਕ ਖੁਰਾਕ ਮਤਵਾਜ਼ਨ ਪਾਉਂਦੇ ਨਹੀਂ, ਠੀਕ ਆ, ਤੇ ਉਹ ਜਾਨਵਰ ਦੁੱਧ ਨਹੀਂ ਦਿੰਦਾ। ਇੱਕ ਦੂਸਰਾ ਮੁੜ ਕੇ ਦੁੱਧ ਜਿਹੜਾ ਵਾ ਉਹ ਇਹ ਨਹੀਂ ਪਤਾ ਹੈਗਾ ਕਿ ਬੱਚੇ ਨੂੰ ਕਿੰਨਾ ਛੱਡਣਾ, ਇਹਦੇ ਰੱਖਣਾ ਕਿੰਨਾ, ਉਹਦੇ ਥੱਲੇ ਕਿੰਨਾ, ਕੋਈ ਨਹੀਂ ਸਿੱਖਿਆ ਹੋਇਆ ਨਹੀਂ ਹੁੰਦਾ। ਉਹੀ ਮੇਰਾ ਕਨਸੈਪਟ ਕਿ ਜਾਨਵਰ ਦਾ ਕੰਮ ਜਿਹੜਾ ਕਰਨਾ, ਉਹ ਪਹਿਲਾਂ ਉਹਨੂੰ ਸਿੱਖੇ, ਫਿਰ ਉਹ ਇਹ ਕੰਮ ਕਰੇ। ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ। ਔਰ ਐਂਡ ਤੇ ਬਰੀਡਿੰਗ ਦਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਬਰੀਡਿੰਗ ਵੀ ਅੱਛੇ ਬੋਲ ਤੋਂ ਕਰਵਾਉਣੀ ਚਾਹੀਦੀ। ਬਰੀਡਿੰਗ ਹਮੇਸ਼ਾ ਅੱਛੇ ਬੋਲ ਕੋਈ ਕਰਵਾਉਣੀ ਚਾਹੀਦੀ ਆ। ਯਾਨੀ ਤੁਸੀਂ ਅਗਰ ਮੱਝ ਦੀ ਵੀ ਬਰੀਡਿੰਗ ਕਰਵਾਣੀ ਹੈ ਨਾ, ਸਿਮਨ ਕੋਈ ਅੱਛੇ ਆਂਦੇ, ਅੱਛਾ ਸਿਮਨ ਰਖਵਾ ਲਓ। ਅਗਰ ਨਹੀਂ ਤੇ ਤੁਹਾਡੇ ਕੋਲ ਆਪਣਾ ਐਨੀਮਲ ਹੈ ਨਾ, ਜਿਹੜਾ ਤੁਹਾਨੂੰ ਪਤਾ ਤੁਹਾਡੀ ਆ ਮੱਝ ਦਾ ਅੱਛਾ ਝੋਟਾ ਵਾ, ਇਹ ਜ਼ਿਆਦਾ ਪਰਫਾਰਮ ਕੀਤੇ ਆ ਇਸ ਮੱਝ ਨੇ, ਉਹਦਾ ਤੁਸੀਂ ਬੁੱਲ ਰੱਖੋ, ਉਹਨੂੰ ਤੁਸੀਂ ਅੱਗੇ ਆਪਣੀਆਂ ਮੱਝਾਂ ਕੋ ਮੀਟ ਕਰੋ। ਜ਼ਬਰਦਸਤ ਹੋ ਗਿਆ। ਸਰ ਤੁਹਾਡੀ ਸਰਵਿਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਿੰਨਾ ਚੋਇਆ ਮੱਝ ਦਾ ਦੁੱਧ ਗਵਾਲ ਦੇ ਵਿੱਚ? ਇੱਥੇ ਅਸੀਂ ਗਵਾਲ 'ਚ ਤਕਰੀਬਨ 26 ਤੋਂ 27 ਕਿਲੋ ਦੁੱਧ ਆਮ ਨਾਰਮਲ ਵੰਡੇ ਤੇ ਏਦੀ ਰੂਟੀਨ ਵਾਈਜ਼ ਚੋਏ ਆ। ਅੱਛਾ, 26 ਕਿਲੋ ਦੁੱਧ ਮੈਂ ਮਸਟ ਖੁਦ ਚੋਏ ਆ। ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ। ਮਤਲਬ ਕਿ ਮੱਝਾਂ ਜਿਹੜੀਆਂ ਨੇ ਗਾਵਾਂ ਤੋਂ ਘੱਟ ਨਹੀਂ। ਨਹੀਂ ਘੱਟ ਨਹੀਂ ਹੈ, ਅਗਰ ਇਹਨਾਂ ਤੇ ਤਵੱਜੋ ਕੀਤੀ ਜਾਵੇ। ਸਰ ਬਹੁਤ ਸ਼ੁਕਰੀਆ, ਥੈਂਕ ਯੂ।